ਗੌਰਮੈਂਟ ਆਫ ਇੰਡੀਆ ਐਕਟ 1935 1935 ਦਾ ਭਾਰਤ ਸਰਕਾਰ ਕਾਨੂੰਨ। ਲਿਖਤੀ ਅਤੇ ਵਿਸਤ੍ਰਿਤ ਕਾਨੂੰਨ। 1935 ਤੋਂ ਪਹਿਲਾਂ ਬ੍ਰਿਟਿਸ਼ ਭਾਰਤ ਦੇ ਵਿੱਚ ਜਿੰਨੇ ਵੀ ਕਾਨੂੰਨ ਆਪਾਂ ਪੜ੍ਹੇ ਆ ਪਿਛਲੇ ਲੈਕਚਰਾਂ ਦੇ ਵਿੱਚ, ਜਿੰਨੇ ਵੀ ਕਾਨੂੰਨ 1919 ਵਾਲੇ ਤੱਕ ਜਿੰਨੇ ਵੀ ਬਣ ਗਏ 1935 ਤੋਂ ਪਹਿਲਾਂ ਉਹ ਇੰਨੇ ਵਿਸਤ੍ਰਿਤ ਨਹੀਂ ਸੀ ਜਿੰਨਾ ਕਿ 1935 ਵਾਲਾ ਕਾਨੂੰਨ ਸੀ। ਇਹ ਲਿਖਤੀ ਰੂਪ ਦੇ ਵਿੱਚ ਤੇ ਬਹੁਤ ਵੱਡਾ ਜਿਹੜਾ ਵਿਸਤ੍ਰਿਤ ਬਾਕੀ ਦੇ ਕਾਨੂੰਨਾਂ ਨਾਲੋਂ ਸੀ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਵਿਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਉਪਬੰਧ ਕੀਤੇ ਗਏ ਆ। ਇਹਦੇ ਭਾਗ ਸੀ 41, ਅਨੁਸੂਚੀਆਂ ਸੀ ਇਹਦੇ ਵਿੱਚ 10, ਸੈਕਸ਼ਨ ਸੀ 321। 1935 ਦਾ ਐਕਟ ਹੈ, ਲਿਖਤੀ ਅਤੇ ਵਿਸਤ੍ਰਿਤ ਕਾਨੂੰਨ ਹੈ, ਪਿਛਲੇ ਸਾਰੇ ਕਾਨੂੰਨਾਂ ਨਾਲੋਂ ਵਿਸਤ੍ਰਿਤ ਹੈ। ਭਾਗ 41, ਅਨੁਸੂਚੀਆਂ 10, ਸੈਕਸ਼ਨ 321। 1919 ਦੇ ਐਕਟ ਦੀ ਪ੍ਰਸਤਾਵਨਾ ਜਿਉਂ ਦੀ ਤਿਉਂ ਹੀ ਰਹਿਣ ਦਿੱਤੀ, ਅਰਥਾਤ 1935 ਵਾਲੇ ਐਕਟ ਦੇ ਵਿੱਚ ਕੋਈ ਵੀ ਨਵੀਂ ਪ੍ਰਸਤਾਵਨਾ ਨਹੀਂ ਬਣਾਈ। 1919 ਦੇ ਐਕਟ ਦੀ ਜਿਹੜੀ ਪ੍ਰਸਤਾਵਨਾ ਸੀ, ਉਸ ਪ੍ਰਸਤਾਵਨਾ ਵਿੱਚ ਜਿਹੜੇ ਵੀ ਉਦੇਸ਼ ਮਿੱਥੇ ਗਏ ਸਨ, ਉਹੀ ਉਦੇਸ਼ 1935 ਦੇ ਐਕਟ ਰਾਹੀਂ ਹੀ ਵੀ ਪ੍ਰਾਪਤ ਕਰਨੇ ਸੀ। ਤਾਂ ਕਰਕੇ ਫਿਰ ਇਹਦੀ ਕੋਈ ਪ੍ਰਸਤਾਵਨਾ ਅਲੱਗ ਤੋਂ ਨਹੀਂ ਬਣਾਈ। ਜਿਹੜੀ 1919 ਦੇ ਐਕਟ ਦੀ ਪ੍ਰਸਤਾਵਨਾ ਸੀ ਉਸੇ ਨੂੰ ਹੀ ਕਾਇਮ ਰੱਖਿਆ ਗਿਆ। ਬਰਤਾਨਵੀ ਸੰਸਦ ਦੀ ਪ੍ਰਮੁੱਖਤਾ ਕਾਇਮ ਰੱਖੀ ਗਈ। ਅਜੇ ਵੀ ਇੱਥੋਂ ਦੇ ਕੇਂਦਰੀ ਵਿਧਾਨ ਮੰਡਲ ਨੂੰ ਜਾਂ ਪ੍ਰਾਂਤਾਂ ਦੇ ਵਿਧਾਨ ਮੰਡਲ ਨੂੰ ਇੰਨੀ ਸ਼ਕਤੀ ਨਹੀਂ ਸੀ ਕਿ ਇਹ ਕੋਈ ਇਹੋ ਜਿਹਾ ਕਾਨੂੰਨ ਬਣਾ ਸਕਣ ਜਿਹਦੇ ਨਾਲ ਬਰਤਾਨਵੀ ਸੰਸਦ ਨੂੰ ਉਹਨਾਂ ਦੇ ਵਿਰੋਧ ਵਿੱਚ ਹੋਵੇ। ਬਰਤਾਨਵੀ ਸੰਸਦ ਦੀ ਪ੍ਰਮੁੱਖਤਾ ਨੂੰ ਅਜੇ ਵੀ ਉਵੇਂ ਹੀ ਕਾਇਮ ਰੱਖਿਆ ਗਿਆ। ਕੋਈ ਵੀ ਕਾਨੂੰਨ ਇਹੋ ਜਿਹਾ ਨਹੀਂ ਬਣ ਸਕਦਾ ਸੀਗਾ ਜਿਹੜਾ ਬਰਤਾਨਵੀ ਸੰਸਦ ਦੇ ਸ਼ਕਤੀਆਂ ਦੇ ਜਿਹੜਾ ਵਿਰੋਧ ਵਿੱਚ ਹੋਊਗਾ। ਬਰਤਾਨਵੀ ਸੰਸਦ ਦੀ ਪ੍ਰਮੁੱਖਤਾ ਹੀ ਕਾਇਮ ਰੱਖੀ ਗਈ। ਪ੍ਰਾਂਤਾਂ ਦੇ ਵਿੱਚੋਂ ਦੋਹਰਾ ਸ਼ਾਸਨ ਖਤਮ। 1919 ਦੇ ਐਕਟ ਨਾਲ ਡਾਇਆਰਕੀ ਸਿਸਟਮ ਆਇਆ ਸੀਗਾ। ਦੋਹਰਾ ਸ਼ਾਸਨ ਪ੍ਰਾਂਤਾਂ ਦੇ ਵਿੱਚ ਉਹਨੂੰ ਹੁਣ ਅਬੋਲਿਸ਼ ਕਰਤਾ, ਇਹਨੂੰ ਖਤਮ ਕਰਤਾ। ਜਿਹੜੇ ਪ੍ਰਦੱਤ ਤੇ ਰਾਖਵੇਂ ਵਿਸ਼ੇ ਇਸ ਦੋਹਰੇ ਸ਼ਾਸਨ ਦੇ ਅਨੁਸਾਰ ਬਣਾਏ ਸੀਗੇ, ਉਹਨਾਂ ਨੂੰ ਵੀ ਹੁਣ ਖਤਮ ਕਰਤਾ। ਅਤੇ ਜਿਹੜਾ ਟੋਟਲੀ ਰੂਪ ਦੇ ਵਿੱਚ ਜਿਹੜਾ ਪੂਰਨ ਤੌਰ 'ਤੇ ਭਾਰਤੀ ਮੰਤਰੀਆਂ ਨੂੰ ਹੀ ਪ੍ਰਸ਼ਾਸਨ ਦਾ ਜਿਹੜਾ ਕੰਮ ਉਹਨਾਂ ਨੂੰ ਸੌਂਪਿਆ ਗਿਆ। ਜਿਹੜੇ ਪ੍ਰਾਂਤਾਂ ਦੇ ਗਵਰਨਰ ਹੋਣਗੇ ਉਹ ਸੰਵਿਧਾਨਕ ਮੁਖੀ ਦੇ ਰੂਪ ਵਿੱਚ ਕੰਮ ਕਰਨਗੇ, ਜਿਸ ਤਰ੍ਹਾਂ ਹੁਣ ਕਰਦੇ ਆ। ਅਤੇ ਪ੍ਰਾਂਤਾਂ ਦੇ ਵਿਧਾਨ ਮੰਡਲ ਵਿੱਚ ਜਿਹੜੇ ਦਲ ਨੂੰ ਬਹੁਮਤ ਮਿਲਿਆ ਹੋਊਗਾ, ਮੰਤਰੀ ਮੰਡਲ ਉਸੇ ਵਿੱਚੋਂ ਹੀ ਬਣੂਗਾ। ਮੰਤਰੀ ਮੰਡਲ ਜਿਵੇਂ ਕਿ ਹੁਣ ਬਣਦਾ। ਮੰਤਰੀ ਮੰਡਲ ਸਮੂਹਿਕ ਰੂਪ ਵਿੱਚ ਪ੍ਰਾਂਤਕ ਵਿਧਾਨ ਮੰਡਲ ਪ੍ਰਤੀ ਉੱਤਰਦਾਈ ਹੋਊਗਾ, ਕਿਉਂਕਿ ਮੰਤਰੀ ਮੰਡਲ ਜਿੰਨਾ ਚਿਰ ਹੁਣ ਵੀ ਇਹੀ ਹੈ ਵੀ ਜਿੰਨਾ ਚਿਰ ਇਸੇ ਪ੍ਰਤੀ ਉੱਤਰਦਾਈ ਉਦੋਂ ਤੱਕ ਉਹ ਸਰਕਾਰ ਬਣੀ ਰਹਿੰਦੀ ਹੈ। ਤਾਂ ਕਰਕੇ ਵਿਧਾਨ ਮੰਡਲ ਵਿੱਚੋਂ ਹੀ ਕਿਉਂਕਿ ਇਹ ਬਣਿਆ ਹੁੰਦਾ ਮੰਤਰੀ ਮੰਡਲ, ਤਾਂ ਕਰਕੇ ਇਹਦੇ ਪ੍ਰਤੀ ਜਿਹੜੀ ਹੈਗੀ ਆ ਇਹ ਉੱਤਰਦਾਈ ਜ਼ਰੂਰੀ ਹੈ। ਸਰਵ ਭਾਰਤੀ ਸੰਘ ਦੀ ਸਥਾਪਨਾ। ਆਲ ਇੰਡੀਆ ਫੈਡਰੇਸ਼ਨ ਕਿਵੇਂ ਬਣਦਾ? ਜਦੋਂ ਸਾਰੇ ਪ੍ਰਾਂਤ ਅਤੇ ਦੇਸੀ ਰਿਆਸਤਾਂ ਨੂੰ ਇਕੱਠੀਆਂ ਜੁਆਇੰਟ ਕਰਕੇ ਇੱਕ ਉਹਨਾਂ ਦਾ ਸੰਘ ਬਣਾ ਦੇਣਾ ਸੀਗਾ। ਬਰਤਾਨਵੀ ਭਾਰਤ ਦੇ ਪ੍ਰਾਂਤਾਂ ਅਤੇ ਭਾਰਤ ਦੀਆਂ ਦੇਸੀ ਰਿਆਸਤਾਂ ਨੂੰ ਇਹਦੇ ਵਿੱਚ ਸ਼ਾਮਿਲ ਕਰਨਾ ਸੀ। ਇਸ ਸੰਘ ਦੇ ਵਿੱਚ ਜਿਹੜੇ 11 ਗਵਰਨਰਾਂ ਦੇ ਪ੍ਰਾਂਤ ਸੀ ਉਸ ਸਮੇਂ, ਅਤੇ 6 ਸੀ ਚੀਫ ਕਮਿਸ਼ਨਰਾਂ ਦੇ ਪ੍ਰਾਂਤ। ਇਹਨਾਂ ਲਈ ਤਾਂ ਜ਼ਰੂਰੀ ਸੀ ਕਿ ਇਹਨਾਂ ਨੇ ਤਾਂ ਇਸ ਫੈਡਰੇਸ਼ਨ ਦੇ ਵਿੱਚ ਸ਼ਾਮਿਲ ਹੋਣਾ ਹੀ ਹੋਣਾ। ਪਰ ਜਿਹੜੀਆਂ ਰਾਜਿਆਂ ਦੀਆਂ ਦੇਸੀ ਰਿਆਸਤਾਂ ਸੀ ਭਾਰਤੀ ਰਾਜਿਆਂ ਦੀਆਂ, ਉਹਨਾਂ ਦੀ ਇੱਛਾ 'ਤੇ ਨਿਰਭਰ ਸੀ ਕਿ ਉਹਨਾਂ ਨੇ ਸ਼ਾਮਿਲ ਹੋਣਾ ਫੈਡਰੇਸ਼ਨ ਦੇ ਵਿੱਚ ਕਿ ਨਹੀਂ। ਪਰ ਉਹਨਾਂ ਨੂੰ ਇਹ ਸੀ ਕਿ ਜਿਨ੍ਹਾਂ ਨੇ ਐਕਟ ਬਣਾਇਆ ਕਿ ਘੱਟੋ ਘੱਟ ਅੱਧੀਆਂ ਰਿਆਸਤਾਂ ਤਾਂ ਫੈਡਰੇਸ਼ਨ ਦੇ ਵਿੱਚ ਸ਼ਾਮਿਲ ਹੋਣਗੀਆਂ ਹੀ, ਪਰ ਅਜਿਹਾ ਨਹੀਂ ਹੋਇਆ। ਤਾਂ ਕਰਕੇ ਫਿਰ ਇਹ ਸਰਵ ਭਾਰਤੀ ਸੰਘ ਹੋਂਦ ਵਿੱਚ ਨਹੀਂ ਆਇਆ। ਸ਼ਕਤੀਆਂ ਦੀ ਵੰਡ। ਕੇਂਦਰ ਅਤੇ ਰਾਜਾਂ ਦੇ ਵਿੱਚ ਜਿਵੇਂ ਹੁਣ ਸਾਡੇ ਸ਼ਕਤੀਆਂ ਦੀ ਵੰਡ ਕੀਤੀ ਹੋਈ ਹੈ, ਉਸ ਦਾ ਜੋ ਪ੍ਰਾਵਧਾਨ ਹੈ 1935 ਦੇ ਐਕਟ ਵਿੱਚ ਆਇਆ। ਸੰਘ ਸੂਚੀ ਜਿਹਦੇ ਉੱਤੇ ਕੇਂਦਰੀ ਵਿਧਾਨ ਮੰਡਲ ਨੇ ਕਾਨੂੰਨ ਬਣਾਉਣਾ ਸੀ, ਉਹਦੇ ਵਿੱਚ 59 ਵਿਸ਼ੇ ਰੱਖੇ ਗਏ। 59 ਵਿਸ਼ਿਆਂ 'ਤੇ ਕੇਂਦਰੀ ਵਿਧਾਨ ਮੰਡਲ ਕਾਨੂੰਨ ਬਣਾ ਸਕਦਾ ਸੀ। ਪ੍ਰਾਂਤਕ ਸੂਚੀ ਜਿਨ੍ਹਾਂ ਵਿਸ਼ਿਆਂ 'ਤੇ ਪ੍ਰਾਂਤਾਂ ਨੇ ਕਾਨੂੰਨ ਬਣਾਉਣੇ ਸੀ, ਉਹ ਸੀ 54 ਵਿਸ਼ੇ। ਸਮਵਰਤੀ ਸੂਚੀ ਦੇ 36 ਵਿਸ਼ੇ ਸੀ। ਇਹਦੇ ਵਿੱਚ ਕੇਂਦਰ ਤੇ ਪ੍ਰਾਂਤ
ਦੋਨੇ ਕਾਨੂੰਨ ਬਣਾ ਸਕਦੇ ਸੀ, ਦੋਨਾਂ ਨੂੰ ਸ਼ਕਤੀ ਪ੍ਰਾਪਤ ਸੀ। ਪਰ ਜੇ ਪ੍ਰਾਂਤਾਂ ਦਾ ਬਣਾਇਆ ਕਾਨੂੰਨ ਸੰਘ ਦੇ ਬਣਾਏ ਕਾਨੂੰਨ ਦੀ ਵਿਰੋਧਤਾ ਕਰੂਗਾ ਤਾਂ ਸੰਘ ਦਾ ਕਾਨੂੰਨ ਲਾਗੂ ਹੋਊਗਾ, ਪ੍ਰਾਂਤ ਦਾ ਕਾਨੂੰਨ ਰੱਦ ਹੋ ਜਾਊਗਾ। ਤੇ ਬਚੀਆਂ ਸ਼ਕਤੀਆਂ ਦਿੱਤੀਆਂ ਗਈਆਂ ਗਵਰਨਰ ਜਨਰਲ ਨੂੰ। ਗਵਰਨਰ ਜਨਰਲ ਚਾਹੇ ਇਹਨਾਂ ਵਿਸ਼ਿਆਂ ਤੇ ਆਪ ਕਾਨੂੰਨ ਬਣਾਵੇ, ਚਾਹੇ ਉਹਦੀ ਸ਼ਕਤੀ ਕੇਂਦਰੀ ਵਿਧਾਨ ਮੰਡਲ ਨੂੰ ਦੇਵੇ, ਚਾਹੇ ਪ੍ਰਾਂਤਕ ਵਿਧਾਨ ਮੰਡਲ ਨੂੰ ਦੇਵੇ, ਇਹ ਇਹਦੀ ਇੱਛਾ ਤੇ ਨਿਰਭਰ ਕਰੂਗਾ। ਕੇਂਦਰ ਵਿੱਚ ਦੋਹਰਾ ਸ਼ਾਸਨ, ਡਾਇਆਰਕੀ ਸਿਸਟਮ। ਪ੍ਰਾਂਤਾਂ ਦੇ ਵਿੱਚ ਦੋਹਰਾ ਸ਼ਾਸਨ ਆਇਆ ਸੀ 1919 ਦੇ ਐਕਟ ਨਾਲ, ਤੇ ਉਹ 1935 ਦੇ ਐਕਟ ਵਿੱਚ ਕਰਤਾ ਖਤਮ, ਤੇ ਕੇਂਦਰਾਂ ਦੇ ਵਿੱਚ ਸ਼ੁਰੂ ਕਰਤਾ। ਰਾਖਵੇਂ ਵਿਸ਼ੇ ਤੇ ਪ੍ਰਦੱਤ ਵਿਸ਼ੇ ਦੋ ਭਾਗ ਕਰਤੀ। ਰਾਖਵੇਂ ਵਿਸ਼ਿਆਂ 'ਚ ਸਿਰਫ 4 ਵਿਸ਼ੇ ਰੱਖੇ ਗਏ: ਰੱਖਿਆ, ਵਿਦੇਸ਼ੀ ਮਾਮਲੇ, ਚਰਚ ਸੰਬੰਧੀ ਤੇ ਕਬਾਇਲੀ ਖੇਤਰਾਂ ਸੰਬੰਧੀ। ਬਾਕੀ ਦੇ ਸਾਰੇ ਵਿਸ਼ੇ ਪ੍ਰਦੱਤ ਵਿਸ਼ਿਆਂ 'ਚ ਸ਼ਾਮਿਲ ਕਰਤੇ। ਰਾਖਵੇਂ ਵਿਸ਼ਿਆਂ ਦਾ ਪ੍ਰਬੰਧ ਕਰਨਾ ਸੀ ਗਵਰਨਰ ਜਨਰਲ ਨੇ, ਤੇ ਪ੍ਰਦੱਤ ਵਿਸ਼ਿਆਂ ਦਾ ਗਵਰਨਰ ਜਨਰਲ ਤੇ ਉਹਦੇ ਮੰਤਰੀ ਮੰਡਲ ਨੇ ਕਰਨਾ ਸੀ। 2 ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਕੇਂਦਰ ਦੇ ਵਿੱਚ। ਉੱਪਰਲਾ ਸਦਨ ਰਾਜ ਸਭਾ, ਜਿਹਨੂੰ ਕਾਉਂਸਲ ਆਫ ਸਟੇਟਸ ਕਹਿੰਦੇ ਸੀ, ਇਹਦੇ ਕੁੱਲ ਮੈਂਬਰ 260 ਸੀ, ਤੇ 260 ਦੇ ਵਿੱਚੋਂ 156 ਆਉਣੇ ਸੀ ਬਰਤਾਨਵੀ ਭਾਰਤ ਦੇ ਪ੍ਰਾਂਤਾਂ 'ਚੋਂ, ਤੇ 104 ਆਉਣੇ ਸੀ ਭਾਰਤੀ ਰਿਆਸਤਾਂ ਵਿੱਚੋਂ। ਇਹ ਇੱਕ ਸਥਾਈ ਸਦਨ ਸੀ, ਤੇ 1/3 ਮੈਂਬਰ ਹਰ 3 ਸਾਲ ਪਿੱਛੋਂ ਇਹਦੇ ਰਿਟਾਇਰ ਹੋ ਜਾਂਦੇ ਸੀ। ਹੇਠਲਾ ਸਦਨ 1919 ਦੇ ਐਕਟ ਵਿੱਚ ਇਹਨੂੰ ਕਿਹਾ ਗਿਆ ਸੀ ਵਿਧਾਨ ਸਭਾ, ਪਰ ਇਸ ਐਕਟ ਦੇ ਵਿੱਚ ਇਹਨੂੰ ਸੰਘੀ ਸਭਾ ਦਾ ਨਾਂ ਦਿੱਤਾ, ਫੈਡਰਲ ਅਸੈਂਬਲੀ ਦਾ। ਇਹਦੇ ਕੁੱਲ ਮੈਂਬਰ 375 ਸੀ। ਬਰਤਾਨਵੀ ਭਾਰਤ ਦੇ ਪ੍ਰਾਂਤਾਂ ਵਿੱਚੋਂ 375 ਚੋਂ 250 ਸੀ ਜਿਹੜੇ ਬਰਤਾਨਵੀ ਭਾਰਤ ਦੇ ਪ੍ਰਾਂਤਾਂ 'ਚੋਂ ਆਉਣੇ ਸੀ, ਤੇ 125 ਭਾਰਤੀ ਰਿਆਸਤਾਂ 'ਚੋਂ ਆਉਣੇ ਸੀ। ਇਹਦਾ ਕਾਰਜਕਾਲ 5 ਸਾਲ ਹੀ ਸੀ, ਜਦ ਕਿ ਪਿਛਲੇ ਐਕਟ 1919 ਦੇ ਵਿੱਚ ਇਹ 3 ਸਾਲ ਸੀ।